ਸਤਿ ਸ਼੍ਰੀ ਅਕਾਲ। ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਨਜੀਤ ਕੌਰ ਅਜੀਤ ਖਬਰਾਂ ਤੇ ਇਸ ਬੁਲੇਟਿਨ ਵਿੱਚ ਨਿੱਘਾ ਸਵਾਗਤ ਕਰਦੀ ਹਾਂ। ਆਓ ਸਭ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਅੱਜ ਦੀਆਂ ਛੋਟੀਆਂ ਖਬਰਾਂ ਤੇ। ਸਿੱਟ ਨੇ ਕਿਹਾ ਬੇਅਦਬੀ ਮਾਮਲੇ ਦੀ ਪੁੱਛਗਿੱਛ ਵਿੱਚ ਰਾਮ ਰਹੀਮ ਨਹੀਂ ਕਰ ਰਿਹਾ ਸਹਿਯੋਗ। ਗੁਰਨਾਮ ਸਿੰਘ ਚੜੂਨੀ ਨੇ ਬਣਾਈ ਨਵੀਂ ਪਾਰਟੀ, ਖੁਦ ਚੋਣ ਲੜਨ ਤੋਂ ਕੀਤਾ ਇਨਕਾਰ। ਭਾਰਤੀ ਖੇਤਰ 'ਚ ਪਾਕਿਸਤਾਨੀ ਡਰੋਨ ਦੀ ਘੁਸਪੈਠ। ਭਾਈ ਰਾਜੋਆਣਾ ਦੀ ਰਿਹਾਈ ਲਈ ਗ੍ਰਹਿ ਮੰਤਰੀ ਨੂੰ ਜਲਦ ਮਿਲੇਗਾ ਸ਼੍ਰੋਮਣੀ ਕਮੇਟੀ ਦਾ ਵਫਦ, ਕਿਹਾ ਐਡਵੋਕੇਟ ਧਾਮੀ ਨੇ। ਤੇ ਸਿਸੋਦੀਆ ਤੋਂ ਬਾਅਦ ਹੁਣ ਦਿੱਲੀ ਦੇ ਸਿਹਤ ਮੰਤਰੀ ਨੇ ਮੁੱਖ ਮੰਤਰੀ ਦੇ ਹਲਕੇ ਦੀ ਡਿਸਪੈਂਸਰੀ 'ਚ ਕੀਤੀ ਰੇਡ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਬੇਅਦਬੀ ਦੇ ਮਾਮਲੇ 'ਚ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੁਆਰਾ ਪ੍ਰੋਡਕਸ਼ਨ ਵਾਰੰਟ ਖਿਲਾਫ ਦਾਖਲ ਅਪੀਲ ਤੇ ਸੁਣਵਾਈ ਦੌਰਾਨ ਸਿੱਟ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਕਿਹਾ ਹੈ ਕਿ ਰਾਮ ਰਹੀਮ ਤੋਂ ਜੇਲ੍ਹ 'ਚ ਪੁੱਛਗਿੱਛ ਕੀਤੀ ਗਈ ਸੀ, ਪਰ ਉਹ ਜਾਂਚ 'ਚ ਸਹਿਯੋਗ ਨਹੀਂ ਕਰ ਰਿਹਾ ਹੈ। ਅਜਿਹੇ 'ਚ ਹੁਣ ਉਸ ਨੂੰ ਹਿਰਾਸਤ ਵਿੱਚ ਲੈ ਕੇ ਦੁਬਾਰਾ ਪੁੱਛਗਿੱਛ ਜ਼ਰੂਰੀ ਹੈ। ਇਸ ਦੇ ਨਾਲ ਹੀ ਸਿੱਟ ਨੇ ਹਾਈ ਕੋਰਟ 'ਚ ਕਿਹਾ ਕਿ ਗਵਾਹਾਂ ਦੇ ਬਿਆਨ ਮੁਤਾਬਿਕ ਡੇਰੇ ਸਾਜ਼ਿਸ਼ ਰਚੀ ਗਈ ਸੀ, ਪਰ ਡੇਰਾ ਸਿਰਸਾ ਮੁਖੀ ਰਾਮ ਰਹੀਮ ਪੁੱਛਗਿੱਛ 'ਚ ਸਹਿਯੋਗ ਨਹੀਂ ਕਰ ਰਿਹਾ ਹੈ, ਇਸ ਲਈ ਫਿਰ ਤੋਂ ਪੁੱਛਗਿੱਛ ਕਰਨੀ ਪਵੇਗੀ। ਇਸ ਲਈ ਉਹ ਰਾਮ ਰਹੀਮ ਨੂੰ ਕਸਟਡੀ 'ਚ ਲੈਣਾ ਚਾਹੁੰਦੀ ਹੈ। ਦੂਜੇ ਪਾਸੇ ਸਿੱਟ ਨੇ ਆਪਣੇ ਜਵਾਬ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਮਾਮਲੇ ਦਾ ਵੀ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਜਦੋਂ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਜਾ ਸਕਦਾ ਹੈ ਤਾਂ ਰਾਮ ਰਹੀਮ ਨੂੰ ਵੀ ਲਿਆਂਦਾ ਜਾ ਸਕਦਾ ਹੈ। ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਵੱਲੋਂ ਅੱਜ ਨਵੀਂ ਸਿਆਸੀ ਪਾਰਟੀ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਦੀ ਪਾਰਟੀ ਦਾ ਨਾਮ ਸੰਯੁਕਤ ਸੰਘਰਸ਼ ਪਾਰਟੀ ਰੱਖਿਆ ਹੈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਗੁਰਨਾਮ ਸਿੰਘ ਚੜੂਨੀ ਨੇ ਕਿਹਾ, ਅਸੀਂ ਸੰਯੁਕਤ ਸੰਘਰਸ਼ ਪਾਰਟੀ ਦੀ ਸ਼ੁਰੂਆਤ ਕਰ ਰਹੇ ਹਾਂ ਤੇ ਇਹ ਪਾਰਟੀ ਅਗਲੇ ਸਾਲ ਪੰਜਾਬ ਵਿਧਾਨ ਸਭਾ ਚੋਣਾਂ ਲੜੇਗੀ। ਚੜੂਨੀ, ਜੋ ਹਰਿਆਣਾ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਵੀ ਹਨ, ਨੇ ਕਿਹਾ, ਸਾਡਾ ਉਦੇਸ਼ ਰਾਜਨੀਤੀ ਨੂੰ ਸ਼ੁੱਧ ਕਰਨਾ ਤੇ ਚੰਗੇ ਲੋਕਾਂ ਨੂੰ ਅੱਗੇ ਲਿਆਉਣਾ ਹੋਵੇਗਾ। ਸਿਆਸੀ ਆਗੂਆਂ ਦੀ ਨਿੰਦਾ ਕਰਦਿਆਂ ਉਹਨਾਂ ਕਿਹਾ ਕਿ ਉਹਨਾਂ ਨੇ ਗਰੀਬਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਸਰਮਾਏਦਾਰਾਂ ਦੇ ਹੱਕ ਵਿੱਚ ਨੀਤੀਆਂ ਘੜੀਆਂ। ਉਹਨਾਂ ਦੀ ਪਾਰਟੀ ਧਰਮ ਨਿਰਪੱਖ ਹੋਵੇਗੀ ਅਤੇ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਲਈ ਕੰਮ ਕਰੇਗੀ। ਉਹਨਾਂ ਨੇ ਇਹ ਵੀ ਸਪਸ਼ਟ ਕਿਹਾ ਕਿ ਉਹ ਪੰਜਾਬ ਵਿੱਚ ਆਉਣ ਵਾਲੀਆਂ ਚੋਣਾਂ ਨਹੀਂ ਲੜਨਗੇ। ਉਹਨਾਂ ਦੀ ਪਾਰਟੀ ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਤੇ ਚੋਣ ਲੜਨ ਦੀ ਕੋਸ਼ਿਸ਼ ਕਰੇਗੀ। ਅੱਜ ਅਸੀਂ ਆਪਣੀ ਨਵੀਂ ਪਾਰਟੀ ਲਾਂਚ ਕਰ ਰਹੇ ਹਾਂ ਸੰਯੁਕਤ ਸੰਘਰਸ਼ ਪਾਰਟੀ ਦੇ ਨਾਂ ਤੋਂ, ਤੇ ਸਾਡਾ ਮਕਸਦ ਜਿਹੜਾ ਹੋਏਗਾ ਉਹ ਰਾਜਨੀਤੀ ਨੂੰ ਸ਼ੁੱਧ ਕਰਨਾ ਹੈ, ਚੰਗੇ ਲੋਕਾਂ ਨੂੰ ਅੱਗੇ ਲਿਆਉਣਾ ਹੈ, ਮਾੜੇ ਲੋਕਾਂ ਨੂੰ, ਭ੍ਰਸ਼ਟ ਲੋਕਾਂ ਨੂੰ, ਉਹਨਾਂ ਨੂੰ ਜਿਹੜਾ ਦੇਸ਼ ਨੂੰ ਲੁੱਟ ਰਹੇ ਨੇ, ਜਿਹੜੇ ਦੇਸ਼ ਨੂੰ ਦੀ ਪੋਲਿਸੀ ਬੜੇ ਪੂੰਜੀਪਤੀਆਂ ਦੇ ਪੱਖ ਦੇ ਵਿੱਚ ਬਣਾ ਰਹੇ ਨੇ, ਗਰੀਬਾਂ ਨੂੰ ਲੁੱਟਣ ਦੀ ਪੋਲਿਸੀ ਬਣਾ ਰਹੇ ਨੇ, ਉਹਨਾਂ ਲੋਕਾਂ ਨੂੰ ਰਾਜਨੀਤੀ ਤੋਂ ਬਾਹਰ ਕਰਾਂਗੇ। ਤੇ ਸਾਡੀ ਜਿਹੜੀ ਪਾਰਟੀ ਹੈ ਉਹ ਧਰਮ ਨਿਰਪੇਖ ਹੋਏਗੀ, ਉਹ ਜਾਤੀ ਨਿਰਪੇਖ ਹੋਏਗੀ। ਅਸੀਂ ਇਸੇ ਕਰਕੇ ਅੱਜ ਉਸ ਚੀਜ਼ ਨੂੰ ਦਰਸਾਉਂਦੇ ਹੋਏ ਅਸੀਂ ਜਿਹੜਾ ਡਾਕਟਰ ਸ਼ੈਲੀ ਨੇ, ਜਿਹੜੇ ਈਸਾਈ ਸਮਾਜ ਦੇ ਨੇ, ਉਹਨਾਂ ਦੇ ਹੈੱਡ ਨੇ, ਅਸੀਂ ਦਲਿਤ ਸਮਾਜ ਦੇ ਜਿਹੜੇ ਰਾਜੂ ਜੀ ਨੇ, ਉਹਨਾਂ ਨੂੰ ਨਾਲ ਬਿਠਾਇਆ। ਅਸੀਂ ਹਿੰਦੂ ਮਹਾਸਭਾ ਤੋਂ ਜਿਹੜਾ ਹੈ ਇੰਦਰਾ ਤਿਵਾਰੀ ਜੀ ਹੈ, ਹਿੰਦੂ ਮਹਾਸਭਾ ਦੀ ਪ੍ਰਧਾਨ ਹੈ, ਤੇ ਕਾਂਤਾ ਆਲੜੀਆ ਜੀ ਹੈ, ਇਹਨਾਂ ਨੂੰ ਅੱਜ ਅਸੀਂ ਪੰਜਾਬ ਦੇ ਪ੍ਰਭਾਰੀ ਲਾ ਰਹੇ ਹਾਂ। ਕਾਂਤਾ ਆਲੜੀਆ ਜੀ ਦਲਿਤ ਸਮਾਜ ਤੋਂ ਹੈ, ਤੇ ਰਿਸ਼ਪਾਲ ਜੋੜਾ ਮਾਜਰਾ ਜੀ ਹੈ, ਇਹਨਾਂ ਨੂੰ ਅਸੀਂ ਅੱਜ ਪੰਜਾਬ ਦੇ ਪ੍ਰਧਾਨ ਬਣਾ ਰਹੇ ਹਾਂ, ਇਹ ਜਰਨਲ ਸਮਾਜ ਤੋਂ। ਤੇ ਅਸੀਂ ਸਾਰਿਆਂ ਦਾ ਜਿਹੜਾ ਹੈ ਤਾਲਮੇਲ ਬਣਾ ਕੇ ਮਜ਼ਦੂਰ, ਕਿਸਾਨ, ਸ਼ਹਿਰ ਵਾਲੇ, ਰੇਹੜੀ ਫੜੀ ਵਾਲੇ, ਆਮ ਜਿਹੜਾ ਬੰਦਾ ਹੈ, ਸਾਡੀ ਜਿਹੜੀ ਪਾਰਟੀ ਕੰਮ ਕਰੇਗੀ ਉਹ ਆਮ ਸਮਾਜ ਵਾਸਤੇ, ਸਾਰੇ ਸਮਾਜ ਵਾਸਤੇ ਕੰਮ ਕਰੇਗੀ ਤੇ ਸਾਰੇ ਸਮਾਜ ਨੂੰ ਆਪਾਂ ਜੋੜ ਕੇ ਚੱਲਾਂਗੇ। ਸਾਡੀ ਜਿਹੜੀ ਪਾਰਟੀ ਹੈ ਉਹ ਜਾਤੀ ਨਿਰਪੇਖ ਰਹੇਗੀ, ਉਹ ਧਰਮ ਨਿਰਪੇਖ ਰਹੇਗੀ। ਤੇ ਜਿਹੜਾ ਸਾਡਾ ਮੂਲ ਮਕਸਦ ਪਾਰਟੀ ਦਾ ਹੈ ਉਹ ਇਹ ਹੋਏਗਾ ਵੀ ਵੱਡੇ ਲੋਕਾਂ ਦੀ ਜੇਬ 'ਚੋਂ ਪੈਸਾ ਨਿਕਲੇ ਤੇ ਸਭ ਤੋਂ ਛੋਟੇ ਲੋਕਾਂ ਦੀ ਜੇਬ 'ਚ, ਸਭ ਤੋਂ ਗਰੀਬ ਲੋਕਾਂ ਦੀ ਜੇਬ ਵਿੱਚ ਪੈਸਾ ਜਾਏ। ਤਰਨਤਾਰਨ ਜ਼ਿਲ੍ਹੇ ਦੀ ਭਾਰਤ-ਪਾਕ ਸਰਹੱਦ ਅਧੀਨ ਆਉਂਦੇ ਪਿੰਡ ਵਾਤਾਰਾ ਸਿੰਘ ਨਜ਼ਦੀਕ ਬੀਤੀ ਰਾਤ ਪਾਕਿਸਤਾਨੀ ਡਰੋਨ ਭਾਰਤੀ ਖੇਤਰ ਵਿੱਚ ਡਿੱਗ ਗਿਆ। BSF ਦੀ 103 ਬਟਾਲੀਅਨ ਵੱਲੋਂ ਡਰੋਨ ਨੂੰ ਡਿੱਗਣ ਉਪਰੰਤ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਇਸ ਤੋਂ ਬਾਅਦ BSF ਵੱਲੋਂ ਇਲਾਕੇ 'ਚ ਤਲਾਸ਼ੀ ਮੁਹਿੰਮ ਜ਼ਿਲ੍ਹਾ ਪੁਲਿਸ ਦੀ ਮਦਦ ਨਾਲ ਸ਼ੁਰੂ ਕੀਤੀ ਗਈ ਹੈ। ਸੂਤਰਾਂ ਮੁਤਾਬਿਕ ਡਰੋਨ ਨੂੰ BSF ਦੇ ਡਿੱਗਿਆ ਜ਼ਿਲ੍ਹੇ ਦੀ ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਪਿੰਡ ਵਾਤਾਰਾ ਸਿੰਘ BOP ਥਾਣਾ ਖਾਲੜਾ ਨਜ਼ਦੀਕ ਬੀਤੀ ਰਾਤ ਕਰੀਬ 12 ਵਜੇ ਪਿੰਡ ਵਾਸੀਆਂ ਨੇ ਡਰੋਨ ਦੀ ਆਵਾਜ਼ ਸੁਣੀ।
इस दौरान BSF ਵੱਲੋਂ ड्रोन ਦੀ ਘੇਰਾਬੰਦੀ ਕੀਤੀ ਗਈ। ਕੁਝ ਸਮਾਂ ਬਾਅਦ ਜਦੋਂ ड्रोन ਦੀ ਆਵਾਜ਼ ਬੰਦ ਹੋ ਗਈ ਤਾਂ BSF ਵੱਲੋਂ ਤਲਾਸ਼ੀ ਮੁਹਿੰਮ ਦੌਰਾਨ ਜ਼ਮੀਨ ਤੇ ਡਿੱਗੇ ड्रोन ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਕਿ ਬਰਾਮਦ ਕੀਤਾ ਗਿਆ ड्रोन ਕਿਸੇ ਤਕਨੀਕੀ ਕਾਰਨਾਂ ਕਰਕੇ ਜ਼ਮੀਨ ਉੱਪਰ ਡਿੱਗਿਆ ਹੈ। ਇਸ ਬਾਰੇ BSF ਦਾ ਕੋਈ ਵੀ ਅਧਿਕਾਰੀ ਪੁਸ਼ਟੀ ਕਰਨ ਲਈ ਤਿਆਰ ਨਹੀਂ ਹੈ। ਸੰਘਣੀ ਧੁੰਦ ਕਾਰਨ ਭਾਰਤ-ਪਾਕਿਸਤਾਨ ਸਰਹੱਦ ਤੇ ਪਾਕਿਸਤਾਨ ਵੱਲੋਂ ड्रोन ਦੀ ਆਮਦ ਪਹਿਲਾਂ ਨਾਲੋਂ ਤੇਜ਼ ਹੋਣ ਦੇ ਆਸਾਰ ਹਨ। जैसे आप जानते हैं कि BSF यहाँ पर दिन रात अपनी बॉर्डर डोमिनेशन करती है, तो रात में भी यहाँ पे जो हमारे सब पॉइंट्स लगे हुए थे और करीबन रात के 11 बजे के आसपास जो हमारी एक ड्रिल रही है कि कुछ आवाज़ आती है तो उस पर भी रिएक्ट करना, तो कुछ आवाज़ सुनी और जब सुनी तो सभी को अलर्ट किया गया। और जब बाहर आके देखा तो यहाँ पे हमारे ऑफिसर्स भी प्रेजेंट थे, 2 ICs, और जो हमारे वैन BOP पे जो स्टाफ थे वो तो यहाँ मौजूद थे। बाहर आके देख के उन्होंने लाइट्स मारी तो उन्हें ये ड्रोन साइट हुआ जो थोड़ा पीछे की साइड देखा, तो उसी आधार पे सभी को अलर्ट किया। तो आगे के भी जो हमारे फेंस के आगे के पीछे के जो पोस्ट हैं वो भी अलर्ट हो गए। सब ने जब अपनी ड्रिल शुरू करी, सब लाइट्स मारी और अपने जो है फायर वेपन्स भी तैयार कर लिए। तो उसके से जैसे ही ये सब एक्टिविटी करके उसको जब बिल्कुल लाइन ऑफ साइट में ही चल रहा था वो दिख रहा था, तो उसकी मूवमेंट से पता चला कि ये डाउन हो रहा है। तो उसको पूरा सभी ने चारों तरफ से सब घेर लिया और जो हमारे पोस्ट आगे लगे वो भी अपनी पोजीशन लेके टर्न होके खड़े हो गए। जैसे ही वो नीचे आने लग गया फिर वो एकदम से उड़ने लग गया, तो हमारे जो 2 मेरे बहुत ही यहाँ पे जो स्टाफ थे और ऑफिसर्स थे उन्होंने जो उसको कॉर्डन करके रखा था उसको इमीडिएटली जो है, किसी ब्लेड्स बड़े शार्प हैं, ये हेक्साकॉप्टर है और इसकी जो अगर हम लेंथ देखें तो लगभग 6 फीट से ऊपर है। और उन्होंने बहुत प्रॉम्प्टली एक्ट करके उसके बट से लेके उसको हाथ से एक ने होल्ड करके फिर बट से उसकी जो है प्रॉपरली पर तोड़ा, क्योंकि वो उड़ रहा था, और उसको फिर डिसएंगेज किया। इस तरीके से अलर्टनेस के कारण और एक तुरंत जो हमारी एक्टिविटी होती है जो इसकी एक SOP है, ये सब यहाँ पे बिल्कुल ही अलर्ट रहे, उसके आधार पर ही ये ड्रोन को जो है इसको नीचे ला पाए और उसको कैप्चर कर पाए। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਵਿੱਚ ਭਾਈ ਬਲਵੰਤ ਸਿੰਘ ਰਾਜਵਾਨਾ ਸਮੇਤ ਹੋਰ ਸਿੱਖ ਕੈਦੀਆਂ ਦੀ ਰਿਹਾਈ ਲਈ ਭਾਰਤ ਸਰਕਾਰ ਪਾਸੋਂ ਮੰਗ ਕੀਤੀ ਗਈ। ਇਕੱਤਰਤਾ ਮਗਰੋਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਸਿੱਖ ਕੈਦੀਆਂ ਦੀ ਰਿਹਾਈ ਦਾ ਐਲਾਨ ਕੀਤਾ ਸੀ, ਪਰੰਤੂ ਸਰਕਾਰ ਨੇ ਆਪਣੇ ਇਸ ਫੈਸਲੇ ਨੂੰ ਅੱਜ ਤੱਕ ਲਾਗੂ ਨਹੀਂ ਕੀਤਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਸ ਸੰਬੰਧ ਵਿੱਚ ਪਹਿਲਾਂ ਵੀ ਗ੍ਰਹਿ ਮੰਤਰੀ ਨੂੰ ਪੱਤਰ ਲਿਖੇ ਗਏ ਹਨ ਅਤੇ ਹੁਣ ਦੁਬਾਰਾ ਉਹਨਾਂ ਵੱਲੋਂ ਪੱਤਰ ਲਿਖ ਕੇ ਵਫਦ ਦੇ ਰੂਪ ਵਿੱਚ ਗ੍ਰਹਿ ਮੰਤਰੀ ਨੂੰ ਮਿਲਣ ਲਈ ਸਮਾਂ ਮੰਗਿਆ ਗਿਆ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਮਾਂ ਮਿਲਣ ਤੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਸਮੇਂ ਭਾਈ ਬਲਵੰਤ ਸਿੰਘ ਰਾਜਵਾਨਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸਮੇਤ ਹੋਰ ਸਿੱਖ ਬੰਦੀਆਂ ਦੀ ਰਿਹਾਈ ਦੇ ਨਾਲ ਹੋਰ ਸਿੱਖ ਮਸਲਿਆਂ ਤੇ ਗੱਲਬਾਤ ਕੀਤੀ ਜਾਵੇਗੀ। ਭਾਰਤ ਸਰਕਾਰ ਨੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਉੱਤੇ ਕੁਝ ਬੰਦੀ ਸਿੰਘ ਜਿਹੜੇ ਸਾਡੇ ਉਹਨਾਂ ਨੂੰ ਰਿਲੈਕਸੇਸ਼ਨ ਦਿੱਤੀ ਸੀ, ਜਿਹਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਵੀ ਸ਼ਾਮਲ ਸੀ। ਪਰ ਉਹਦੇ ਉੱਤੇ ਸਾਨੂੰ ਅੱਜ ਤੱਕ ਅਫਸੋਸ ਆ ਕਿ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਸ਼੍ਰੋਮਣੀ ਕਮੇਟੀ ਨੇ 7 ਸਤੰਬਰ 2020 ਨੂੰ ਸੁਪਰੀਮ ਕੋਰਟ ਦੇ ਵਿੱਚ ਇੱਕ ਰਿਟ ਪਾਈ ਸੀ, ਜਿਹਦੇ ਵਿੱਚ ਕਿਹਾ ਵੀ ਇਹ ਇੱਦਾਂ ਹੀ ਰਿਲੈਕਸੇਸ਼ਨ ਦਿੱਤੀ ਸੀ, ਇਹਦੇ ਤੁਰੰਤ ਜਿਹੜਾ ਭਾਰਤ ਸਰਕਾਰ ਫੈਸਲਾ ਲਵੇ। ਤੇ 4 ਸਤੰਬਰ 2020 ਨੂੰ ਸੁਪਰੀਮ ਕੋਰਟ ਨੇ ਆਦੇਸ਼ ਕੀਤਾ ਕੇਂਦਰ ਸਰਕਾਰ ਨੂੰ ਕਿ ਤੁਸੀਂ ਇਹਦੇ 'ਤੇ ਤੁਰੰਤ ਜਿਹੜਾ ਆ ਉਹ ਫੈਸਲਾ ਲਓ। ਔਰ 25 ਜਨਵਰੀ ਨੂੰ ਫਿਰ ਦੁਬਾਰਾ 2021 ਨੂੰ ਇਹਦੀ ਸੁਣਵਾਈ ਹੋਈ, ਜਿਹਦੇ ਵਿੱਚ ਸੁਪਰੀਮ ਕੋਰਟ ਨੇ ਫਿਰ ਇਹਨਾਂ ਨੂੰ ਥੋੜ੍ਹਾ ਝਾੜਿਆ ਵੀ ਸੋਲਿਸਿਟਰ ਜਨਰਲ ਨੂੰ, ਅਤੇ ਇਹਨਾਂ ਨੇ ਫਿਰ ਸਾਡੇ ਉੱਥੋਂ 6 ਹਫ਼ਤੇ ਦਾ ਸੁਪਰੀਮ ਕੋਰਟ ਤੋਂ, ਆਨਰੇਬਲ ਸੁਪਰੀਮ ਕੋਰਟ ਤੋਂ ਹੋਰ 6 ਹਫ਼ਤੇ ਦਾ ਸਮਾਂ ਮੰਗਿਆ।
ਉਹ ਤੋਂ ਬਾਅਦ ਪੁਰਾਣੇ ਪ੍ਰਧਾਨ ਸਾਹਿਬ ਨੇ ਸਤੰਬਰ 2021 ਦੇ ਵਿੱਚ ਚਿੱਠੀ ਵੀ ਇਹਨਾਂ ਨੂੰ ਲਿਖੀ ਦੁਆਰਾ ਕਿ ਜਿਹੜਾ ਤੁਸੀਂ ਫੈਸਲਾ ਕੀਤਾ ਇਹਨੂੰ ਤੁਰੰਤ ਲਾਗੂ ਕਰੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਿਟ ਪਾਈ ਹੋਆ ਤੇ ਉਹਦੇ ਉੱਤੇ ਸੁਪਰੀਮ ਕੋਰਟ ਦਾ ਆਦੇਸ਼ ਹੈ। ਪਰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਵੀ ਅੱਜ ਤੱਕ ਇਹਨਾਂ ਨੇ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਹੁਣ ਮੈਂ ਚਿੱਠੀ ਇੱਕ ਨਵੀਂ ਲਿਖੀ ਆ ਸੈਂਟਰ ਸਰਕਾਰ ਨੂੰ ਕਿ ਇਹਦੇ 'ਤੇ ਤੁਰੰਤ ਕਾਰਵਾਈ ਕਰੋ। ਨਾਲ ਅਸੀਂ ਡੈਪੂਟੇਸ਼ਨ ਵੀ ਇੱਕ ਮੰਗ ਕੀਤੀ ਵੀ ਸਾਨੂੰ ਸਮਾਂ ਦਿਓ। ਅਸੀਂ ਇੱਕ ਡੈਪੂਟੇਸ਼ਨ ਜਿਹਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਵੀ ਮਸਲਾ ਖੜਾ ਵੀ ਇਹ ਇਤਿਹਾਸਕ ਜਿੰਨਿਆਂ ਦੀ ਤੁਸੀਂ ਰਿਲੈਕਸੇਸ਼ਨ ਦਿੱਤੀ ਸੀ ਉਹ ਤੁਸੀਂ ਲਾਗੂ ਨਹੀਂ ਕੀਤੀ। ਸੋ ਸਭ ਤੋਂ ਵੱਡਾ ਤਾਂ ਇਹ ਸੀ ਸਾਡੇ ਲਈ ਅੱਜ ਪਈ ਇਹ ਭਾਈ ਰਾਜੋਆਣਾ ਨੇ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਆ ਕਿ ਸਾਨੂੰ ਸਮਾਂ ਵੀ ਦਿਓ, ਰਿਪਰੈਜ਼ੈਂਟੇਸ਼ਨ ਸਾਡੀ ਵੀ ਕੰਸੀਡਰ ਕਰੋ ਤੇ ਮੀਡੀਆ ਰਾਹੀਂ ਵੀ ਬੇਨਤੀ ਕੀਤੀ ਹੈ ਉਹਨਾਂ ਨੂੰ ਕਿ ਤੁਸੀਂ ਇਹ ਭਾਈ ਰਾਜੋਆਣਾ ਜਿਹੜਾ ਲਗਭਗ 34-35 ਸਾਲ ਦਾ ਅੰਦਰ ਬੈਠਾ ਤੇ 18 ਸਾਲ ਉਹਨੂੰ ਕਾਲ ਕੋਠੜੀ 'ਚ ਬੈਠੇ ਨੂੰ ਹੋ ਗਏ ਆ, ਕਿਉਂਕਿ ਜਿਹਨੂੰ ਡੈਥ ਸੈਂਟੈਂਸ ਹੁੰਦਾ ਉਹਨੂੰ ਕੋਠੀ 'ਚ ਰੱਖਦੇ ਆ। ਸੋ ਕੋਠੀ ਦਾ ਜਿਹੜਾ ਤਜਰਬਾ ਆ ਉਹ ਮੇਰਾ ਖਿਆਲ ਬੇਲਿਆਂ ਦੇ ਹਿੱਸੇ ਆਉਂਦਾ, ਨਹੀਂ ਤਾਂ ਸੋਲਿਟਰੀ ਕਨਫਾਈਨਮੈਂਟ ਇੱਕ ਬੰਦੇ ਲਈ ਬੜਾ ਵੱਡਾ ਮਾਨਸਿਕ ਸੰਤੁਲਨ ਜਿਹੜਾ ਉਹ ਗਵਾ ਹੋ ਜਾਂਦਾ। ਸੋ ਦੂਸਰੀ ਜਿਹੜੀ ਇਹ ਪਿਛਲੇ ਦਿਨੀ ਇੱਕ ਪੁਸਤਕ ਰਿਲੀਜ਼ ਕੀਤੀ ਗਈ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਕਾਂਚੀ ਵਿਸ਼ਵਨਾਥ ਧਾਮ ਦਾ ਗੌਰਵਸ਼ਾਲੀ ਇਤਿਹਾਸ। ਕਿਸੇ ਵੇਲੇ ਇਹ ਕਸਟਮ ਪ੍ਰੈਵਲੈਂਟ ਚੱਲਦੀ ਸੀ ਸਾਡੇ ਕਿ ਗੁਰੂ ਕਾਂਚੀ ਬਨਾਰਸ ਵਿਖੇ ਗੁਰੂ ਕੇ ਸਿੱਖ ਚਾਹੇ ਉਹ ਸੰਸਕ੍ਰਿਤ ਸੀ ਹੋਰ ਭਾਸ਼ਾ ਸੀ ਉੱਥੇ ਜਾਂਦੇ ਰਹੇ ਆ ਔਰ ਸਿੱਖਿਆ ਲੈ ਕੇ ਆਉਂਦੇ ਰਹੇ। ਪਰ ਇਹ ਜਿਹੜੀ ਪੁਸਤਕ ਹੈ ਇਹਦੇ ਵਿੱਚ ਨਹੀਂ ਪੰਜਾਂ ਪਿਆਰਿਆਂ ਨੂੰ ਉਹਦੇ ਨਾਲ ਰਿਲੇਟ ਕਰ ਦਿੱਤਾ ਜਿਹੜਾ ਮੁੰਡੋਂ ਹੀ ਗਲਤ ਆ। ਤੇ ਸਾਡੇ ਇੱਕ ਦਿਨ ਐਡੀਸ਼ਨਲ ਮੀਤ ਸਕੱਤਰ ਸਾਡੇ ਕੁਲਵਿੰਦਰ ਸਿੰਘ ਰਮਦਾਸ ਨੇ ਬਿਆਨ ਵੀ ਜਾਰੀ ਕੀਤਾ ਸੀ ਤੇ ਵੀਡੀਓ ਵੀ ਭਰੀ ਸੀ ਕਿ ਇਹ ਜਿਹੜਾ ਤੁਸੀਂ ਇਤਿਹਾਸ ਤੋੜ ਮਰੋੜ ਕੇ ਕਰ ਰਹੇ ਆ ਗੌਰਵਸ਼ਾਲੀ, ਇਹ ਗੌਰਵਸ਼ਾਲੀ ਨਹੀਂ, ਇਹ ਗੈਰ ਗੌਰਵਸ਼ਾਲੀ ਆ। ਇਹ ਇਤਿਹਾਸ ਸਿੱਖਾਂ ਨਾਲ ਨਾ ਜੋੜੋ। ਇਹ ਪੰਜਾਂ ਪਿਆਰਿਆਂ ਵਾਲਾ ਕਨਸੈਪਟ ਮੁੰਡੋਂ ਜਿਹੜਾ ਆ ਉਹ ਗਲਤ ਹੈ। ਸੋ ਅੱਜ ਇਹ ਮੈਨੂੰ ਇਨਫੋਰਮੇਸ਼ਨ ਮਿਲੀ ਆ ਵੀ ਉਹਨੇ ਪੰਨੇ ਵਿੱਚੋਂ ਕੱਢ ਦਿੱਤੇ ਆ, ਪਰ ਸਾਡੀ ਮੰਗ ਆ ਵੀ ਪੰਨੇ ਨਾ ਕੱਢੋ, ਇਹਨੂੰ ਐਲੀਮੀਨੇਟ ਕਰੋ, ਕਿਉਂਕਿ ਜਿਹੜੀਆਂ ਕਿਤਾਬਾਂ ਰਿਲੀਜ਼ ਹੋ ਗਈਆਂ ਉਹਨਾਂ ਦੇ ਵਿੱਚ ਚਲਿਆ ਗਿਆ ਤੇ ਕਿਉਂਕਿ ਸਿੱਖਾਂ ਨਾਲ ਕੰਸਰਨਡ ਆ ਤੇ ਇਹਨੂੰ ਅਸੀਂ ਕੰਸੀਡਰ ਕਰਾਂਗੇ। ਉਹ ਧਰਮ ਕਮੇਟੀ ਨੇ, ਧਰਮ ਪ੍ਰਚਾਰ ਕਮੇਟੀ ਨੇ ਅੱਜ ਇਹ ਵੀ ਫੈਸਲਾ ਕੀਤਾ ਕਿ ਇਹਨੂੰ ਤੁਰੰਤ ਜਿਹੜਾ ਭਾਰਤ ਸਰਕਾਰ ਆ ਜਿਹੜੇ ਇਤਰਾਜ਼ਯੋਗ ਉਹਦੇ ਵਿੱਚ ਹੈਗੇ ਪੰਨੇ ਜਿਹੜੇ ਆ ਉਹਨਾਂ ਨੂੰ ਕੱਢਿਆ ਨਾ ਜਾਵੇ, ਉਹਨਾਂ ਨੂੰ ਤੁਰੰਤ ਉਹਨਾਂ ਦੇ ਵਿੱਚੋਂ ਐਲੀਮੀਨੇਟ ਕੀਤਾ ਜਾਵੇ। ਐਲੀਮੀਨੇਟ ਦਾ ਮਤਲਬ ਇਹ ਉਹ ਹਿੱਸਾ ਨਾ ਬਣ ਕੇ ਕਿਸੇ ਦਾ। ਸੋ ਇਹ ਸਾਡੀਆਂ ਦੋ ਅੱਜ ਮੰਗਾਂ ਸੀਗੀਆਂ, ਬਾਕੀ ਸਾਡੇ ਸਾਰੇ ਰਜੀਮ ਦੇ ਖਰਚ ਸੀ। ਸੋ ਇੰਨੀ ਕਿ ਤੁਹਾਨੂੰ ਮੈਂ ਬੇਨਤੀ ਕਰ ਲਈ ਤੇ ਥੋੜ੍ਹਾ ਜਿਹਾ ਕਸ਼ਟ ਦਿੱਤਾ ਸੀਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਮ ਆਦਮੀ ਪਾਰਟੀ ਲਗਾਤਾਰ ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਘੇਰ ਰਹੀ ਹੈ। ਮਨੀਸ਼ ਸਿਸੋਦੀਆ ਤੋਂ ਬਾਅਦ ਹੁਣ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਵੀ ਪੰਜਾਬ ਵਿੱਚ ਛਾਪਾ ਮਾਰਨ ਪਹੁੰਚੇ। ਸਤਿੰਦਰ ਜੈਨ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ ਚਮਕੌਰ ਸਾਹਿਬ ਦੇ ਹਲਕੇ ਵਿੱਚ ਮੌਜੂਦ ਪਿੰਡ ਸੁਰਤਾਪੁਰ ਦੀ ਡਿਸਪੈਂਸਰੀ ਦਾ ਅਚਾਨਕ ਨਿਰੀਖਣ ਕੀਤਾ। ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਕਿ ਜਿੱਥੇ ਉਹਨਾਂ ਨੂੰ ਤਾਲਾ ਲੱਗਿਆ ਹੋਇਆ ਮਿਲਿਆ ਤੇ ਨਾਲ ਹੀ ਉੱਥੇ ਕੋਈ ਸਟਾਫ ਮੈਂਬਰ ਵੀ ਮੌਜੂਦ ਨਹੀਂ ਸੀ। ਉਹਨਾਂ ਵੱਲੋਂ ਹਲਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ, ਜਿਨ੍ਹਾਂ ਨੇ ਸਿਹਤ ਸਹੂਲਤਾਂ ਦੇ ਮਾੜੇ ਪ੍ਰਬੰਧਾਂ ਬਾਰੇ ਉਹਨਾਂ ਨੂੰ ਦੱਸਿਆ। ਸਤਿੰਦਰ ਜੈਨ ਨੇ ਮੌਕੇ ਤੇ ਦਾਅਵਾ ਕੀਤਾ ਕਿ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਡਿਸਪੈਂਸਰੀ ਉੱਤੇ ਅਕਸਰ ताला लगा रहता है तो उन्होंने इत्थे दवाई तक भी नहीं मिलती। देखिएगा यहाँ पर जो ये मुख्यमंत्री का इलाका है उन्हीं के इलाके के अंदर मैं डिस्पेंसरी को देखने आया। कल मुझे आना था, मैंने कल यहाँ पे मीटिंग की थी, मेरी फ्लाइट लेट हो गई थी तो जिसकी वजह से मुझे आने में दिक्कत हुई, लेट हो गया तो कल मैं आ नहीं पाया। तो कल से इस डिस्पेंसरी के अंदर पेंट चल रहा है, सिर्फ सामने से चमकाने की कोशिश हो रही है, अंदर से ताला बंद करके चले गए। ये साइड में देखो फ्री टेस्ट, फ्री दवाइयाँ लिखी थी, ना तो वहाँ पे टेस्ट का कभी इंजाम था, ना है, ना हो, शायद ना हो, तो ना कोई दवाई है, कभी रखी ही नहीं गई। उधर टॉयलेट खुला रहेगा, उसके हालात आप देख लीजिएगा क्या हालात हैं। तो बहुत ही बुरी हालात हैं। लोगों से मैंने बातचीत की है, लोग कह रहे हैं कि जी कभी कभी डॉक्टर आता है। डॉक्टर भी कौन है मैंने डिटेल में पता किया तो फार्मासिस्ट आता है, फार्मासिस्ट भी रोज नहीं आता, डॉक्टर तो कभी आता ही नहीं है।
ਸ਼ਾਹੀ ਸ਼ਹਿਰ ਪਟਿਆਲਾ ਵਿਖੇ ਇੱਕ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਦੱਸ ਦਈਏ ਕਿ ਪਟਿਆਲਾ ਦੇ ਸਰਕਾਰੀ ਸਕੂਲ ਦਾ ਵਿਦਿਆਰਥੀ ਹਰਨੂਰ, ਜੋ ਕਿ ਆਪਣੇ ਸਕੂਲ ਤੋਂ ਹਿਸਟਰੀ ਦਾ ਪੇਪਰ ਦੇ ਕੇ ਸਕੂਲ ਤੋਂ ਬਾਹਰ ਆਇਆ ਤਾਂ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਉਕਤ ਨੌਜਵਾਨਾਂ ਵੱਲੋਂ ਹਰਨੂਰ ਦੀ ਕੁੱਟਮਾਰ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਪਾਈਆਂ ਗਈਆਂ, ਜੋ ਵਾਇਰਲ ਹੋ ਰਹੀਆਂ ਹਨ। ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਈਨ ਦੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਮੁਕੱਦਮਾ ਦਰਜ ਕਰਕੇ ਇਸ ਮਾਮਲੇ ਦੀ ਪੂਰੀ ਤਫਤੀਸ਼ ਕੀਤੀ ਜਾ ਰਹੀ ਹੈ। ਇਸ ਕੁੱਟਮਾਰ ਦੇ ਮਾਮਲੇ ਵਿੱਚ ਉਹਨਾਂ ਵੱਲੋਂ 4 ਬਾਈ ਨਾਮ ਦੇ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਤੇ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਵੀ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਉਸ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ। ਇਹ ਨਾ ਬੱਚੇ ਪੇਪਰ ਦੇ ਕੇ ਹਰਸ਼ਨੂਰ ਨਾਂ ਦਾ ਸੇਖੋ ਨਾਂ ਦਾ ਮੁੰਡਾ ਸੀਗਾ। ਇਹ ਆਪਣਾ ਹਿਸਟਰੀ ਦਾ ਪੇਪਰ ਦੇ ਕੇ ਸਕੂਲੋਂ ਬਾਹਰ ਆਇਆ ਸੀਗਾ। ਕੁਝ ਬੰਦੇ ਉੱਥੇ ਆਊਟਸਾਈਡਰ ਆਏ ਜਿਨ੍ਹਾਂ ਨੇ ਇਹਨਾਂ ਦੀ ਸੱਟਾਂ ਮਾਰੇ। ਝਗੜਾ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਸੀ ਪਹਿਲਾਂ, ਉਹਦੇ ਦੌਰਾਨ ਇਹਨਾਂ ਦਾ ਝਗੜਾ ਹੋਇਆ। ਝਗੜੇ ਦੌਰਾਨ ਇਹ ਦਾਖਲ ਹੋਇਆ ਸੀਗਾ ਹਰਸ਼ਨੂਰ ਸੇਖੋਂ। ਇਹਦੇ ਬਿਆਨ ਲੈ ਕੇ ਜਿਹੜਾ ਮੁਕੱਦਮਾ ਨੰਬਰ 394 ਦਰਜ ਕੀਤਾ ਗਿਆ ਤੇ ਜਿਹੜੇ ਦੋਸ਼ੀ ਨੇ ਕੁਝ ਬਾਈ ਨੇ ਉਹਨੇ ਕੁਝ ਅਣਪਛਾਤੇ ਨੂੰ ਦੀ ਭਾਲ ਜਾਰੀ ਹੈ। ਇਹਨਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਹੋਣੀ ਚਾਹੀਦੀ। ਟੋਟਲ ਕਿੰਨੇ ਵਿਅਕਤੀ ਹੈ ਜੀ ਜਿਨ੍ਹਾਂ ਦੇ ਵੱਲੋਂ ਇਹ 4 ਬੰਦਿਆਂ ਤੇ ਬਾਈ ਨੇਮ ਹੈ। ਕੀ ਨਾਮ ਹੈ ਜੀ ਉਹਨਾਂ ਦਾ? ਉਹਨਾਂ ਦਾ ਇੱਕ ਨਾਮ ਮਨਿੰਦਰ ਹੈ, ਕੋਈ ਮਾਨ, ਕੋਈ ਹਰਪ੍ਰੀਤ ਹੈ, ਇੱਕ ਕੋਈ ਪ੍ਰਿੰਸ ਨਾਂ ਦਾ ਮੁੰਡਾ, ਇੱਕ ਸੂਰਜ ਹੈ। ਬਾਕੀ 5-7 ਬੰਦੇ ਵੈਸੇ ਅਣਪਛਾਤੇ ਸੀਗੇ। ਉਹਨਾਂ ਨੂੰ ਜਲਦੀ ਟ੍ਰੇਸ ਕਰਕੇ ਜਿਹੜੀ ਅਗਲੀ ਕਾਰਵਾਈ ਹੋਣੀ ਚਾਹੀਦੀ ਜਾਊਗੀ। ਸਰ ਗੱਲ ਕਰੀਏ, ਇੱਕ ਪ੍ਰਿੰਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਹਦੇ 'ਚ ਇੱਕ ਮੁੰਡੇ ਨੂੰ ਕੁੱਟ ਰਹੇ ਵੀ ਹੈ ਤੇ ਨਾਲ ਸਟੇਟਡ ਪਾ ਰਹੇ ਹੈ। ਉਹ ਵੀ ਮਾਮਲਾ ਤੁਹਾਡੇ ਕੋਲ ਆਇਆ? ਨਹੀਂ, ਉਹ ਪੁਰਾਣੀ ਸਾਡੇ ਕੋਲ ਨਹੀਂ ਉਹ ਮਾਮਲਾ ਆਇਆ। ਉਹ ਪਹਿਲਾਂ ਕੋਈ ਪੁਰਾਣੀ ਵੀਡੀਓ ਹੈ। ਮੇਰੇ ਅਰਸੇ ਦੌਰਾਨ ਉਹ ਵੀਡੀਓ ਨਹੀਂ ਹੋਈ, ਕੋਈ ਪੁਰਾਣੀ ਕਿਸੇ ਹੋਰ ਅਰਸੇ ਦੌਰਾਨ ਹੋਈ, ਉਹਦੇ ਬਾਰੇ ਸਾਨੂੰ ਨਹੀਂ ਨੌਲੇਜ। ਤੇ ਹੁਣ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ? ਇਸ ਮਾਮਲੇ ਤੋਂ ਕਿਸੇ ਨੂੰ ਅਜੇ ਭੱਜੇ ਹੋਏ ਨੇ। ਕਿਹੜੇ ਤਹਿਤ ਮਾਮਲਾ ਦਰਜ ਕੀਤਾ ਜੀ? ਕਿਹੜੀ ਧਾਵਾਂ ਲਾਏ ਹੈ? 23, 24, 148, 149, 506, 427 IPC ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਜਲਦੀ ਦੋਸ਼ੀ ਗ੍ਰਿਫਤਾਰ ਕੀਤੇ ਜਾਣਗੇ। ਨਾਭਾ ਵਿਖੇ ਪਹੁੰਚੇ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਚੰਨੀ ਸਰਕਾਰ, ਕੈਪਟਨ ਅਮਰਿੰਦਰ ਸਿੰਘ, ਭਾਜਪਾ ਤੇ ਅਕਾਲੀ ਦਲ ਤੇ ਸ਼ਬਦੀ ਹਮਲੇ ਕੀਤੇ। ਪੰਜਾਬ ਡੀਜੀਪੀ ਦੀ ਨਿਯੁਕਤੀ ਅਤੇ ਹੋਰ ਵੱਡੇ ਅਧਿਕਾਰੀਆਂ ਦੇ ਫੇਰਬਦਲ ਤੇ ਸਰਕਾਰ ਤੇ ਤੰਜ ਕੱਸਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਅੱਜ ਤੱਕ ਦੀ ਸਭ ਤੋਂ ਫੇਲ ਸਰਕਾਰ ਸਾਬਤ ਹੋ ਰਹੀ ਹੈ। ਪੰਜਾਬ ਦੀ ਕਾਂਗਰਸ ਸਰਕਾਰ ਨੇ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਡੀਜੀਪੀ ਦਾ ਤਬਾਦਲਾ ਕੀਤਾ ਹੈ। ਕਾਂਗਰਸ ਸਰਕਾਰ ਵੱਲੋਂ ਇਹ ਸਭ ਕੁਝ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲਾਹਾ ਲੈਣ ਲਈ ਕੀਤਾ ਜਾ ਰਿਹਾ ਹੈ। देखो, पंजाब की जी गौरमेंट आ, कांग्रेस पार्टी की गौरमेंट सब तो कमज़ोर गौरमेंट आ और मैं समझदा पंजाब का मुख्यमंत्री बेहद कमज़ोर मुख्यमंत्री आ। फैसले लै नहीं सकता हैगा। पहला पंजाब का एडवोकेट जनरल जिहड़ा कि मुख अहुदा हुंदा गा, ਉਹਨੂੰ ਲਾਉਣ ਦੇ ਵਿੱਚ 2 ਮਹੀਨੇ ਦਾ ਸਮਾਂ ਲਗਾਤਾ। ਹੁਣ ਲਗਾਤਾਰ ਪੰਜਾਬ ਦਾ ਡੀਜੀਪੀ ਬਦਲ ਰਹੇ ਨੇ। ਇੱਥੋਂ ਪਤਾ ਲੱਗਦਾ ਗਾ ਕਿ ਪੰਜਾਬ ਵਿੱਚ ਜਿਹੜੀ ਆ ਬੇਹੱਦ ਕਮਜ਼ੋਰ ਮੁੱਖ ਮੰਤਰੀ ਪੰਜਾਬ 'ਚ ਕੰਮ ਕਰ ਰਿਹਾ। ਕਦੇ ਕਿਸੇ ਦਾ ਦਬਾਅ ਸਾਹਮਣਾ ਕਰਦਾ ਹੈਗਾ, ਕਿਤੇ ਕਿਸੇ ਦਾ ਦਬਾਅ ਸਹਿਣ ਕਰਦਾ ਹੈਗਾ। ਸੋ ਮੈਂ ਸਮਝਦਾ ਪੰਜਾਬ ਦੀ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਆ ਪੰਜਾਬ ਵਿੱਚ ਬਹੁਤ ਮਾੜੀ ਹੋਣ ਜਾ ਰਹੀ ਆ। ਬੇਅਦਬੀਆਂ ਲੈ ਕੇ ਕਾਂਗਰਸ ਦੇ ਟਾਈਮ ਵੀ ਬੇਅਦਬੀ ਹੁੰਦੇ ਰਹੇ, ਜਾਂ ਅਕਾਲੀਆਂ ਦੇ ਆ ਰਹੇ ਨੇ ਨਿਸ਼ਾਨੇ ਸਾਧ ਰਹੇ ਹੈ ਕਾਂਗਰਸ। ਬੇਅਦਬੀਆਂ ਤਾਂ ਕਾਂਗਰਸ ਦੇ ਟਾਈਮ ਵੀ ਹੁੰਦੀਆਂ ਰਹੀਆਂ। ਦੇਖੋ, ਮੈਂ ਸਮਝਦਾ ਵੀ ਜਿਹੜਾ ਵੀ ਕੋਈ ਧਾਰਮਿਕ ਗ੍ਰੰਥ ਦੇ ਨਾਲ ਬੇਅਦਬੀ ਕਰਦਾ, ਕਿਸੇ ਵੀ ਗ੍ਰੰਥ ਨਾਲ ਕਰਦਾ ਗਾ, ਉਹਨੂੰ ਸਜ਼ਾ ਮਿਲਣੀ ਚਾਹੀਦੀ ਆ। ਪਹਿਲਾਂ ਅਕਾਲੀ ਦਲ ਦੀ ਸਰਕਾਰ ਬਚਾਉਂਦੀ ਰਹੀ, ਹੁਣ ਕਾਂਗਰਸ ਪਾਰਟੀ ਦੀ ਸਰਕਾਰ ਬਚਾ ਰਹੀ ਆ। ਇਹਨਾਂ ਦੇ ਮਨਾਂ ਵਿੱਚ ਸਾਡੇ ਧਾਰਮਿਕ ਗ੍ਰੰਥਾਂ ਦਾ ਕੋਈ ਸਤਿਕਾਰ ਨਹੀਂ ਹੈਗਾ। ਇਹ ਸਿਰਫ ਤੇ ਸਿਰਫ ਵੋਟਾਂ ਲੈ ਕੇ ਰਾਜ ਸੱਤਾ ਕਰਦੇ ਨੇਗੇ, ਰਾਜ ਚਲਾਉਂਦੇ ਨੇਗੇ। ਕੋਈ ਇਹਨਾਂ ਦਾ ਸਤਿਕਾਰ ਕਿਸੇ ਧਰਮ ਪ੍ਰਤੀ ਹੈ ਨਹੀਂ। ਇਹੀ ਕਾਰਨ ਹੈ ਕਿ ਸਾਡੇ ਗੁਰੂ ਸਾਹਿਬਾਨ ਦੀਆਂ ਬੇਅਦਬੀਆਂ ਹੁੰਦੀਆਂ ਨੇਗੀਆਂ, ਹੋਰ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਹੁੰਦੀਆਂ ਨੇ, ਪਰ ਸਰਕਾਰ ਨੇ ਪਹਿਲਾਂ ਅਕਾਲੀ ਦਲ ਦੀ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ ਹੈਗਾ, ਹੁਣ ਕਾਂਗਰਸ ਦੀ ਸਰਕਾਰ ਕੋਈ ਐਕਸ਼ਨ ਨਹੀਂ ਲੈ ਰਹੀ। ਕਿਸਾਨਾਂ ਵੱਲੋਂ ਦਿੱਲੀ ਦੀਆਂ ਬਰੂਹਾਂ ਤੇ 1 ਸਾਲ ਦੇ ਲੰਮੇ ਸੰਘਰਸ਼ ਮਗਰੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ 3 ਖੇਤੀ ਵਿਰੋਧੀ ਕਾਨੂੰਨਾਂ ਨੂੰ ਵਾਪਸ ਕਰਵਾ ਲਿਆ ਗਿਆ ਹੈ। ਤੇ ਇਸ ਜਿੱਤ ਦੀ ਖੁਸ਼ੀ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਇਕਾਈ ਕੁੱਸਾ ਵੱਲੋਂ ਕਿਸਾਨ ਮੋਰਚਾ ਫਤਿਹ ਕਾਨਫਰੰਸ ਕਰਵਾਈ ਗਈ, ਜਿਸ ਵਿੱਚ ਮੁੱਖ ਬੁਲਾਰੇ ਵਜੋਂ BKU ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਸਮੇਂ ਇਕਾਈ ਦੇ ਪ੍ਰਧਾਨ ਹਰਪਾਲ ਸਿੰਘ ਕੁੱਸਾ ਤੇ ਇਕਾਈ ਮੈਂਬਰਾਂ ਵੱਲੋਂ ਫੁੱਲਾਂ ਦਾ ਹਾਰ ਪਾ ਕੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਕਮਿਊਨਿਟੀ ਹਾਲ ਕੁੱਸਾ ਵਿਖੇ ਪਹੁੰਚੇ ਬਲਾਕ ਦੇ ਵੱਖ-ਵੱਖ ਕਿਸਾਨਾਂ, ਮਜ਼ਦੂਰ, ਔਰਤਾਂ ਤੇ ਨੌਜਵਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਗਰਾਹਾਂ ਨੇ ਕਿਹਾ ਕਿ ਕਾਲੇ ਕਾਨੂੰਨਾਂ ਖਿਲਾਫ ਚੱਲਿਆ ਸੰਘਰਸ਼ ਅਸਲ ਵਿੱਚ ਪੰਜਾਬ ਹੀ ਨਹੀਂ, ਪੂਰੇ ਭਾਰਤ ਦੀ ਕੀਰਤੀ ਲੋਕਾਂ ਦੇ ਏਕੇ ਦੀ ਜਿੱਤ ਦਾ ਪ੍ਰਤੀਕ ਹੋ ਨਿਬੜਿਆ ਹੈ, ਜੋ ਕਿ ਇੱਕ ਇਤਿਹਾਸਿਕ ਘੋਲ ਸੀ, ਕਿਉਂਕਿ ਇਸ ਦੀ ਵਿਸ਼ੇਸ਼ਤਾ ਇਸ ਗੱਲ ਵਿੱਚ ਹੈ ਕਿ ਇਹ ਸੰਘਰਸ਼ ਕਾਰਪੋਰੇਟ ਘਰਾਣਿਆਂ ਤੇ ਸਾਮਰਾਜ ਖਿਲਾਫ ਲੜਿਆ ਅਤੇ ਜਿੱਤਿਆ ਗਿਆ। ਉੱਥੇ ਸੰਗਰੂਰ ਵਿੱਚ ਬੋਲਦਿਆਂ ਉਹਨਾਂ ਕਿਹਾ ਕਿ 20 ਤੋਂ 24 ਦਸੰਬਰ ਤੱਕ ਕਿਸਾਨ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨਗੇ, ਸਰਕਾਰ ਮੰਗਾਂ ਨੂੰ ਲਾਗੂ ਨਹੀਂ ਕਰ ਰਹੀ। ਸਭ ਦੇ ਭੋਗ ਪਾ ਕੇ ਨਾਈਏ ਲੋਕਾਂ ਨੇ, ਚੰਗੀ ਗੱਲ ਹੈ। ਕਿਵੇਂ ਦੇਖਦੇ ਹੋ ਪ੍ਰਧਾਨ ਜੀ, ਇੱਕ ਵੱਡਾ ਸੰਘਰਸ਼ ਜਿਹੜਾ ਵਿੱਢਿਆ ਗਿਆ ਸੀਗਾ
ਲੋਕਾਂ ਨੇ ਏਕਤਾ ਦੇ ਨਾਲ ਤੁਹਾਡੀ ਸੂਝ-ਬੂਝ ਦੇ ਨਾਲ ਜਿੱਤਿਆ ਗਿਆ, ਅਗਲੇ ਸੰਘਰਸ਼ ਕੀ ਹੈਗੇ ਨੇ? ਇਹ ਸੂਝ-ਬੂਝ ਤਾਂ ਸਾਰਿਆਂ ਦੀ ਰਲਮੀ ਹੈ, ਕਿਸੇ ਇੱਕ ਦੀ ਹੈ ਨਹੀਂ। ਤੇ ਅਗਲੇ ਸੰਘਰਸ਼ ਦਾ ਸਗੋਂ ਲੀਹ ਹੋਈ ਹੈ, ਅਗਾਂਹ ਪੈਰ ਧਰਿਆ। ਲੋਕਾਂ ਨੂੰ ਇਹ ਪਤਾ ਲੱਗਿਆ ਵੀ ਲੜਾਈ ਨਾਲ ਜਿੱਤਿਆ ਜਾਂਦਾ, ਕੁਛ ਅਹਿਸਾਸ ਹੋਇਆ, ਹੌਸਲਾ ਪਿਆ, ਅੱਗੇ ਵਾਸਤੇ ਅੰਦੋਲਨ ਲੜਨਗੇ। ਜਿਹੋ ਜਿਹੀ ਹਾਲਤ ਬਣ ਰਹੀ ਹੈ ਉਹਦੇ ਮੁਤਾਬਕ ਲੋੜ ਸੀ, ਦਿਸ਼ਾ ਲੋਕਾਂ ਨੂੰ ਲੱਭ ਗਈ ਤੇ ਇਸ ਦਿਸ਼ਾ ਤੇ ਚੱਲਦੇ ਹੋਏ ਅਗਲੇ ਅੰਦੋਲਨ ਲੜਨਗੇ, ਜਿੱਤਣ। ਅੱਗੇ 5 ਦਿਨਾਂ ਦਾ ਤੁਸੀਂ ਐਲਾਨ ਕੀਤਾ ਹੈਗਾ ਡੀਸੀ ਦਫ਼ਤਰਾਂ ਦਾ ਘਿਰਾਓ ਕਰਨ ਦੇ ਲਈ, ਕੀ ਪ੍ਰੋਗਰਾਮ ਨੇ ਜੀ ਉਹ ਜਿਹੜੀਆਂ ਸਰਕਾਰ ਨੇ ਫੌਰੀ ਮੰਨੀਆਂ ਹੋਈਆਂ ਨੇ ਮੰਗਾਂ, ਹੁਣ ਇਹ ਉਹਨਾਂ ਨੇ ਮੰਨੀਆਂ ਨੇ, ਥੋੜ੍ਹੇ ਚੰਮ ਲਾਗੂ ਨਹੀਂ ਕੀਤੀਆਂ। ਜਿੰਨਾ ਕੁ ਟਾਈਮ ਬਚਿਆ ਉਹ ਤਾਂ ਇੰਨੀਆਂ ਕੁ ਨੇ ਉਹ ਲਾਗੂ ਕਰਾਉਣੀਆਂ ਨੇ। ਜਿਹੜੀਆਂ ਚੋਣਾਂ ਵੇਲੇ ਵਾਅਦੇ ਕੀਤੀਆਂ ਨੇ, 3 ਮੰਗਾਂ ਨੇ ਬਹੁਤ ਵੱਡੀਆਂ ਨੇ ਜਿਹੜੀਆਂ, ਇੱਕ ਨਸ਼ਾ ਦਾ ਖਾਤਮਾ, ਕਰਜ਼ੇ ਦਾ ਖਾਤਮਾ, ਇੱਕ ਰੁਜ਼ਗਾਰ ਵਾਲੀ। 3 ਮੰਗਾਂ ਵੀ ਉਹਦੇ ਸਰਕਾਰ ਤੋਂ ਪੁੱਛਣਾ, ਇਹ ਹਿਸਾਬ ਕਿਤਾਬ ਲੈਣਾ। ਪੰਜਾਬ ਸਰਕਾਰ ਦੇ ਨਾਲ ਤੁਹਾਡੀ ਮੀਟਿੰਗ ਵੀ ਹੋਣੀ ਸੀ, ਪਰ ਲੇਕਿਨ ਉਹਨੂੰ ਜਿਹੜਾ ਹੈਗਾ ਅੱਗੇ ਪਾ ਦਿੱਤਾ ਗਿਆ, ਉਹਨੂੰ ਕਿਵੇਂ ਦੇਖਦੇ? ਮੀਟਿੰਗ ਦੇ ਵਿੱਚ ਲੱਕੜ ਦੇ ਮੁੰਡੇ ਦੰਦਾ ਹੁੰਦਾ, ਉਹ ਅਸੀਂ ਲੈਣੇ ਨੇ ਜੀ। ਕੀ ਲੱਗਦਾ ਆਉਣ ਵਾਲੀਆਂ ਜਿਹੜੀਆਂ ਚੋਣਾਂ ਨੇ ਇਹਦੇ ਵਿੱਚ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਨੂੰ ਖਮਿਆਜਾ ਭੁਗਤਣਾ ਪਊਗਾ? ਇਹ ਤਾਂ ਹੁਣ ਕੰਨ 'ਤੇ ਲਿਖਿਆ ਪੜ੍ਹਨ, ਲੋਕ ਦੇਖਣ ਵੀ ਲੋਕ ਕੀ ਚਾਹੁੰਦੇ ਆ, ਜੀ ਲੈ ਲੈਣਗੇ ਹਿਸਾਬ ਕਿਤਾਬ ਲੋਕ। ਪਰ 2022 ਦੀਆਂ ਜਿਹੜੀ ਵਿਧਾਨ ਸਭਾ ਚੋਣਾਂ ਨੇ ਜੀ, ਉਹਦੇ ਲਈ ਜਿਹੜੇ ਹੈਗੇ ਤੁਹਾਡੇ ਕੁਝ ਕਿਸਾਨ ਆਗੂ ਵੀ ਤਿਆਰੀ ਕਰ ਰਹੇ ਨੇ। ਹੱਕ ਹੀ ਅਗਲੇ ਨੂੰ, ਕੋਈ ਵੀ ਲੜ ਸਕਦਾ, ਤੂੰ ਵੀ ਲੜ ਸਕਦਾ। ਕਿਵੇਂ ਦੇਖਦੇ ਹੋ ਤੁਸੀਂ, ਤੁਹਾਡੀ ਜਥੇਬੰਦੀ ਸਾਥ ਦੇਊਗੀ ਰਾਜਨੀਤਿਕ ਲੋਕਾਂ ਦਾ? ਨਹੀਂ, ਸਾਡੀ ਜਥੇਬੰਦੀ ਕਿਸੇ ਦਾ ਸਾਥ ਨਹੀਂ ਦਿੰਦੀ। ਵੋਟ ਜਿਹਦੀ ਮਰਜ਼ੀ ਜਿੱਥੇ ਮਰਜ਼ੀ ਪਾਏ, ਜਥੇਬੰਦੀ ਤੌਰ ਤੇ ਕੋਈ ਫੈਸਲਾ ਨਹੀਂ ਕਰਦੇ ਸੀ। ਬੀਜੇਪੀ 117 ਸੀਟਾਂ ਤੇ ਆਪਣੇ ਬੰਦੇ ਖੜੇ ਕਰ ਰਹੀ ਹੈ, ਕਹਿੰਦੀ ਕਿ ਸਰਕਾਰ ਬਣਾਵਾਂਗੇ ਇਸ ਪੰਜਾਬ ਦੇ ਵਿੱਚ। ਖੜੇ ਤਾਂ ਹੋਏ 117 ਨਹੀਂ, 217 ਤੇ ਕਰ ਲਵੇ, ਕਾਗਜ਼ ਵੀ ਭਰਨਗੇ, ਆਉਣਗੇ ਨਾ, ਲੋਕਾਂ ਦਾ ਸਾਹਮਣਾ ਤਾਂ ਕਰਨਗੇ। ਕੋਈ ਵੋਟ ਦੇਊਗਾ ਤਾਂ ਹੀ, ਇਹ ਤਾਂ ਲੋਕਾਂ ਨੇ ਫੈਸਲਾ ਕਰਨਾ। ਚਾਹੇ 17 ਨੂੰ ਜਿਤਾ ਦੇਣ, ਚਾਹੇ ਸਾਰਿਆਂ ਦੀ ਜ਼ਬਾਨ ਤਾਂ ਜ਼ਬਤ ਕਰ ਦੇਣ। ਟੋਲ ਪਲਾਜ਼ੇ ਨੂੰ ਲੈ ਕੇ ਪ੍ਰਧਾਨ ਜੀ ਕੀ ਜਿਹੜਾ ਹੈਗਾ ਆਪਣੇ ਅੱਗੇ ਸੰਘਰਸ਼ ਲਿਖਿਆ ਗਿਆ? ਦੇਖੋ, ਟੋਲ ਪਲਾਜ਼ੇ ਵਧੀਆਂ ਹੋਈਆਂ ਫੀਸਾਂ ਲਾਗੂ ਨਹੀਂ ਹੋਣ ਦੇਣੀਆਂ। ਅਸੀਂ ਘੋਲ ਦੇ ਸਿਰ ਤੇ ਕਿਉਂ ਕਲੰਕ ਮੜੀਏ? ਪੁਰਾਣੀਆਂ ਫੀਸਾਂ ਲੈ ਲਓ। ਸਾਡਾ ਤਾਂ ਪੁਰਾਣੀਆਂ ਤੇ ਵੀ ਰੌਲਾ ਹੈ। ਇਹ ਟੋਲ ਪਲਾਜ਼ੇ ਲਾਏ ਕਿਉਂ ਨੇ? ਇਹ ਸਰਕਾਰੀ ਹੋਣ, ਅਸੀਂ ਪੈਸਾ ਦੇਈਏ, ਸਾਡਾ ਪੈਸਾ ਸਰਕਾਰੀ ਖਜ਼ਾਨੇ 'ਚ ਜਾਵੇ, ਉਹ ਸਰਕਾਰੀ ਖਜ਼ਾਨੇ 'ਚ ਸਾਡੇ ਬੱਚਿਆਂ ਨੂੰ ਰੁਜ਼ਗਾਰ ਮਿਲੇ। ਪ੍ਰਾਈਵੇਟ ਹਾਥੀ ਬੰਨੇ ਹੋਏ ਨੇ, ਕਾਹਤੋਂ ਇਹ? ਸਾਡਾ ਤਾਂ ਇਹ 'ਤੇ ਵੱਡਾ ਇਤਰਾਜ਼ ਹੈ। ਪਰ ਇਹ ਲੜਾਈ ਅਜੇ ਵੱਡੀ ਹੈ, ਲੜੀ ਨਹੀਂ ਜਾ ਸਕਦੀ। ਇਸ ਕਰਕੇ ਵਧੀਆਂ ਹੋਈਆਂ ਫੀਸਾਂ 'ਤੇ ਸਾਡਾ ਇਤਰਾਜ਼ ਹੈ। ਉਹ ਸਾਡੀ ਜਥੇਬੰਦੀ ਦੀ ਜਗ੍ਹਾ 'ਤੇ ਰੋਕੇ ਹੋਏ ਨੇ, 7-8 ਟੋਲ ਪਲਾਜ਼ੇ ਰੋਕੇ ਨੇ। ਅਸੀਂ ਨਹੀਂ ਉੱਠਦੇ ਜਦ ਤੱਕ ਉਹ ਵਧੀਆਂ ਫੀਸਾਂ ਵਾਪਸ ਨਹੀਂ ਮਿਲਦੀਆਂ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਨਾਲ ਗੱਠਜੋੜ ਕਰਕੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਪਿੰਡ ਪੁਤਖਲੀ ਨੇੜੇ ਹਰੀਪੁਰ ਨਾਲੇ ਤੇ ਪੁਲ ਦਾ ਨੀਂਹ ਪੱਥਰ ਰੱਖਣ ਆਏ ਸ਼੍ਰੀ ਚੰਨੀ ਨੇ ਕਿਹਾ ਕਿ ਭਾਜਪਾ ਨੇ 3 ਖੇਤੀ ਕਾਨੂੰਨ ਲਿਆ ਕੇ ਕਿਸਾਨਾਂ ਨੂੰ ਸਾਲ ਤੋਂ ਵੱਧ ਸਮੇਂ ਤੱਕ ਸੜਕਾਂ ਤੇ ਰਹਿਣ ਲਈ ਮਜਬੂਰ ਕਰ ਦਿੱਤਾ। ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗੁਰੂ ਰਵਿਦਾਸ ਦੇ ਇਤਿਹਾਸਿਕ ਤਪ ਸਥਾਨ ਵਿਖੇ ਨਤਮਸਤਕ ਹੋਏ, ਜਿੱਥੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਕੇਵਲ ਸਿੰਘ ਤੇ ਸਮੁੱਚੀ ਕਮੇਟੀ ਵੱਲੋਂ ਮੁੱਖ ਮੰਤਰੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਖੁਦ ਨੂੰ ਵਡਭਾਗਾ ਸਮਝਦੇ ਹਨ। ਉਨ੍ਹਾਂ ਖੁਰਾਲਗੜ੍ਹ ਸਾਹਿਬ ਲਈ ਇੱਕ ਟਿਊਬਵੈੱਲ ਮਨਜ਼ੂਰ ਕਰਨ ਅਤੇ ਚੱਲ ਰਹੇ ਪ੍ਰੋਜੈਕਟ ਜਲਦੀ ਪੂਰੇ ਕਰਨ ਦਾ ਐਲਾਨ ਵੀ ਕੀਤਾ। ਮੈਂ ਆਪਣਾ ਅਕੀਦਾ ਪੇਸ਼ ਕਰਨ ਆਇਆ। ਖੁਰਾਲਗੜ੍ਹ ਸਾਹਿਬ ਇਹ ਸਾਡੇ ਗੁਰੂ ਰਵਿਦਾਸ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਇਸ ਧਰਤੀ 'ਤੇ ਨਤਮਸਤਕ ਹੋ ਕੇ ਮੈਂ ਆਪਣੇ ਆਪ ਨੂੰ ਧੰਨ ਭਾਗੀ ਸਮਝ ਰਿਹਾ ਅਤੇ ਮੇਰਾ ਮਕਸਦ ਅੱਜ ਇੱਥੇ ਨਤਮਸਤਕ ਹੋਣਾ ਅਤੇ ਨਾਲ ਜਿਹੜੇ ਇੱਥੇ ਪ੍ਰੋਜੈਕਟ ਚੱਲ ਰਹੇ ਉਹਨਾਂ ਨੂੰ ਦੇਖਣਾ ਸੀ। ਇਹ ਪ੍ਰੋਜੈਕਟਾਂ ਨੂੰ ਅਸੀਂ ਬੜੀ ਤੇਜ਼ੀ ਦੇ ਨਾਲ ਅੱਗੇ ਵਧਾ ਰਹੇ। ਇੱਥੇ ਇੱਕ ਡਿਮਾਂਡ ਸੀ ਕਿ ਜੇ ਇੱਥੇ ਟਿਊਬਵੈੱਲ ਲੱਗਣਾ ਚਾਹੀਦਾ, ਉਹ ਅਸੀਂ ਪਾਸ ਕਰ ਦਿੱਤਾ ਹੈ, ਇੱਥੇ ਟਿਊਬਵੈੱਲ ਲੱਗ ਜਾਏ। ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸਪੈਸ਼ਲ ਆਪਰੇਸ਼ਨ ਯੂਨਿਟ ਸਟਾਫ ਦੀ ਪੁਲਿਸ ਨੇ ਜੰਮੂ ਕਸ਼ਮੀਰ ਦੇ 2 ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਕਰੋੜਾਂ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਗਏ ਤਸਕਰਾਂ ਵਿੱਚੋਂ ਇੱਕ ਤਸਕਰ 15 ਸਾਲ ਤੱਕ ਫੌਜ ਵਿੱਚ ਨੌਕਰੀ ਕਰ ਚੁੱਕਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਗੁਰਬਾਜ ਸਿੰਘ ਨੇ ਦੱਸਿਆ ਕਿ ਸਪੈਸ਼ਲ ਆਪਰੇਸ਼ਨ ਯੂਨਿਟ ਦੇ ਮੁਖੀ ਸਬ ਇੰਸਪੈਕਟਰ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ ਕਿ ਉਨ੍ਹਾਂ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਜੰਮੂ ਕਸ਼ਮੀਰ ਦੇ 2 ਨਸ਼ਾ ਤਸਕਰ ਇਸ ਵੇਲੇ ਫੋਕਲ ਪੁਆਇੰਟ ਵਿੱਚ ਕਰੋੜਾਂ ਰੁਪਏ ਦੀ ਹੈਰੋਇਨ ਦੀ ਸਪਲਾਈ ਦੇਣ ਲਈ ਆਏ ਹੋਏ ਹਨ, ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਨੇ ਫੋਕਲ ਪੁਆਇੰਟ ਵਿੱਚ ਛਾਪੇਮਾਰੀ ਕਰਕੇ ਰਿਆਜ਼ ਅਹਿਮਦ ਅਤੇ ਜੌਹਰ ਅਹਿਮਦ ਵਾਸੀ ਜੰਮੂ ਕਸ਼ਮੀਰ ਨੂੰ ਕਾਬੂ ਕਰਕੇ ਜਦ ਉਹਨਾਂ ਦੀ ਤਲਾਸ਼ੀ ਲਈ ਤਾਂ ਉਹਨਾਂ ਕੋਲੋਂ 1 ਕਿਲੋ ਹੈਰੋਇਨ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਮਾਨਯੋਗ ਸੀਪੀ ਸਾਹਿਬ ਜਲੰਧਰ ਸਰ ਨੌਨਿਹਾਲ ਸਿੰਘ IPS, ਇਹਨਾਂ ਦੀ ਜੋ ਦਿਸ਼ਾ ਨਿਰਦੇਸ਼ ਦੇ ਹੇਠ ਜਿਹੜਾ NDPS ਦੇ ਖਿਲਾਫ ਜਿਹੜੀ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜੋ ਸਾਡੇ ਕਮਿਸ਼ਨਰੇਟ 'ਚ ਸਾਰੇ SHO ਸਾਹਿਬਾਨ ਤੇ ਇੰਚਾਰਜ CI ਤੇ ਸਾਰਿਆਂ ਵੱਲੋਂ ਬੜੇ ਮਿਹਨਤ ਨਾਲ ਜਿਹੜਾ ਇਸ 'ਤੇ ਕੰਮ ਕੀਤਾ ਜਾ ਰਿਹਾ। ਇਹਦੀ ਲੜੀ ਵਿੱਚ ਹੀ
ਸਾਡੇ SOU ਦੇ ਜਿਹੜਾ ਇੰਚਾਰਜ ਹੈ ਸਬ ਇੰਸਪੈਕਟਰ ਅਸ਼ੋਕ ਕੁਮਾਰ ਤੇ ਸਾਡੇ ADCP ਜਿਹੜੇ ਇਨਵੈਸਟੀਗੇਸ਼ਨ ਗੁਰਬਾਜ ਸਿੰਘ ਤੇ ACP ਨਿਰਮਲ ਸਿੰਘ, ਇਹਨਾਂ ਦੀ ਟੀਮ ਨੇ ਇੱਕ ਬਹੁਤ ਅੱਛਾ ਕੰਮ ਕੀਤਾ। ਪਹਿਲਾਂ ਵੀ ਇਹਨਾਂ ਨੇ ਕਾਫੀ ਜਿਹੜੀਆਂ ਰਿਕਵਰੀਆਂ ਕੀਤੀਆਂ। ਇਸੇ ਲੜੀ ਵਿੱਚ ਹੀ ਜਿਹੜਾ ਹੁਣ ਇੱਕ ਇਹਨਾਂ ਨੇ 2 ਬੰਦੇ ਜਿਹੜੇ ਗ੍ਰਿਫਤਾਰ ਕੀਤੇ ਹਨ ਜੋ ਪਿੱਛੋਂ ਸ਼੍ਰੀਨਗਰ ਦੇ ਰਹਿਣ ਵਾਲੇ, ਜਿਨ੍ਹਾਂ ਚੋਂ ਇੱਕ ਦਾ ਨਾਮ ਰਿਆਜ਼ ਹੈ, ਦੂਜੇ ਦਾ ਜੌਹਰ। ਇਹ ਇਹਨਾਂ ਦਾ ਜਿਹੜਾ ਰਿਆਜ਼ ਹੈ ਉਹਦੀ ਉਮਰ ਕਰੀਬ 45 ਸਾਲ ਹੈ, ਇਹ ਵੀ ਸ਼੍ਰੀਨਗਰ ਦਾ ਵਾਸੀ ਹੈ, ਕੁਪਵਾੜਾ ਦਾ। ਐਵੇਂ ਹੀ ਜਿਹੜਾ ਜੌਹਰ ਹੈ ਇਹਦੀ ਵੀ ਏਜ 31 ਸਾਲ ਹੈ, ਇਹ ਕੁਪਵਾੜਾ ਸ਼੍ਰੀਨਗਰ ਦਾ ਵਾਸੀ ਹੈ। ਇਹਨਾਂ ਦੋਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ, ਇਹਨਾਂ ਦੇ ਕੋਲੋਂ 1 ਕਿਲੋ ਹੈਰੋਇਨ ਜਿਹੜੀ ਹੈ ਬਰਾਮਦ ਕੀਤੀ ਹੈ। ਇਹ ਬਹੁਤ ਅੱਛਾ ਕੰਮ ਕੀਤਾ। ਹੁਣ ਇਹਨਾਂ ਨੂੰ ਅਸੀਂ ਫਰਦਰ ਜਿਹੜਾ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਤੇ ਇਹਦੀ ਲੜੀ ਜਿਹੜੀ ਹੈ ਪਿੱਛੇ ਕਿੱਥੋਂ ਆਈ ਹੈ, ਕਿਵੇਂ ਆਈ ਹੈ, ਉਹਨਾਂ ਬੰਦਿਆਂ ਨੂੰ ਵੀ ਜਿਹੜਾ ਨੋਮੀਨੇਟ ਕਰਕੇ ਹੋਰ ਰਿਕਵਰੀ ਕਰਾਉਣ ਦੀ ਜਿਹੜੀ ਹੈ। ਤੇ ਇਸ ਨਾਲ ਹੀ ਅਜੀਤ ਖਬਰਾਂ ਦਾ ਬੁਲੇਟਿਨ ਇੱਥੇ ਖਤਮ ਹੁੰਦਾ ਹੈ। ਨਵੀਆਂ ਤੇ ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।